ਰਹਿਮਤ ਦਾ ਸਦਕਾ ਆਪ ਸਾਰੀਆਂ ਹੀ ਸੰਗਤਾਂ ਜਿੱਥੇ ਪੂਰੇ ਸੰਸਾਰ ਭਰ ਦੇ ਵਿੱਚ ਪੂਰੇ ਵਰਲਡ ਲੈਵਲ ਤੇ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਉਤਸਵ, ਜਿਸ ਦੀ ਸ਼ੁਰੂਆਤ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦੇ ਹੁਕਮ ਦੇ ਅਨੁਸਾਰ ਜਦੋਂ ਉਹਨਾਂ ਬਚਨਾਂ ਨੂੰ ਪ੍ਰਤੱਖ ਰੂਪ ਦੇਣ ਵਾਸਤੇ ਜੋ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਸਿੱਖੀ ਦੇ ਧੁਰਾ ਗੋਇੰਦਵਾਲ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਭੰਨ ਮਥਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ, ਛੋਟੀ ਸਰੀਰ ਦੀ ਆਰਵਲਾ ਜਦੋਂ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਨਿੱਘੀ ਗੋਦ 'ਚ ਪਹੁੰਚੇ ਤੇ ਪਰਮੇਸ਼ਰ ਨੇ ਗੁਰੂ ਅਮਰਦਾਸ ਮਹਾਰਾਜ ਜੀ ਦੀ ਰਚਨਾ ਤੋਂ ਸੁਭਾਵਕ ਬਚਨ ਇਹ ਆਖੇ ਕਿ ਦੋਹੇ ਥਾ ਬਾਣੀ ਕਾ ਬੋਹੇ ਥਾ। ਧੰਨ ਮਾਤਾ ਭਾਨੀ ਜੀ ਨੇ ਜਦੋਂ ਆਪਣੇ ਪਿਤਾ ਜੀ ਨੂੰ ਇਹਨਾਂ ਬਚਨਾਂ ਦੇ ਅਰਥ ਪੁੱਛਣ ਵਾਸਤੇ ਸਮਝਣ ਵਾਸਤੇ ਬਿਨੈ ਕੀਤੀ, ਬੇਨਤੀ ਕੀਤੀ ਤੇ ਬਚਨ ਕੀਤੇ, ਗੁਰੂ ਅਰਜਨ ਦੇਵ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਜੋ ਜੋ ਸਰੀਰ ਧਾਰਨ ਕਰਕੇ ਸੰਸਾਰ ਦੇ ਭਲੇ ਵਾਸਤੇ ਇਹ ਪਰ ਉਪਕਾਰ ਕਰਨੇ ਸੀ ਤੇ ਗੁਰੂ ਅਮਰਦਾਸ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਮੁਬਾਰਕ ਰਸਨਾ ਤੋਂ ਜਦੋਂ ਬਚਨ ਕੀਤੇ ਤੇ ਬੀਬੀ ਭਾਨੀ ਜੀ ਨੇ ਆਪਣੇ ਪਿਤਾ ਜੀ ਦੇ ਚਰਨ ਪਰਸੇ, ਕਿਉਂਕਿ ਪਤਾ ਸੀ ਬੀਬੀ ਭਾਨੀ ਜੀ ਨੂੰ ਕਿ ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੇ। ਜਿਸ ਤਰ੍ਹਾਂ ਇੱਕ ਓੰਕਾਰ ਤੋਂ ਲੈ ਕਰਕੇ 18, 10, 20 ਤੱਕ ਇੱਕ ਇੱਕ ਸ਼ਬਦ ਅਟਲ ਸਚਾਈ ਹੈ। ਦੁਨੀਆ ਦੀ ਕੋਈ ਵੀ ਤਾਕਤ ਗੁਰਬਾਣੀ ਦੇ ਕਿਸੇ ਵੀ ਸ਼ਬਦ ਤੇ ਕਿੰਤੂ ਪਰੰਤੂ ਤੇ ਚੈਲੰਜ ਨਹੀਂ ਕਰ ਸਕਦੀ, ਕਿਉਂਕਿ ਚੈਲੰਜ ਹੋ ਸਕਦਾ ਕਿਸੇ ਕਵੀ ਦੀ ਰਚਨਾ ਤੇ, ਕਿਸੇ ਜੀਵ ਦੀ ਦਿਮਾਗ ਦੇ ਖੋਜ ਤੇ, ਜਾਂ ਕਿਸੇ ਸੰਸਥਾ ਜਾਂ ਪੰਚਾਇਤ ਦੇ ਫੈਸਲੇ ਤੇ ਜੇ ਹੋਵੇ ਹੀ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦਾ ਹੁਕਮ, ਜਿਨ੍ਹਾਂ ਦੇ ਮਤਲਕ ਇਹ ਬਚਨ ਹੋਣ ਕਿ ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤਿਸ ਜੇਵੜ ਅਵਰ ਨਾ ਕੋਏ। ਕਹਿਣ ਤੋਂ ਭਾਵ ਦਾਸ ਦਾ ਇਹ ਹੈ, ਜਦੋਂ ਇਹ ਬਚਨ ਪੂਰੇ ਕਰਨ ਵਾਸਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਸ ਕਾਰਜ ਦੀ ਆਰੰਭਤਾ ਕੀਤੀ, ਅਰਦਾਸ ਬੇਨਤੀ ਕਰਕੇ ਗੁਰਸਿੱਖ ਬ੍ਰਹਮ ਗਿਆਨੀ ਗੁਰਮੁਖਾਂ ਨੂੰ ਦੱਸਣਾ ਕੀਤਾ ਤੇ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੂੰ ਇਹ ਬਚਨ ਆਖੇ ਵੀ ਜੋ ਗੁਰਮੁਖੀ ਦੇ 35 ਅੱਖਰ ਹਨ, ਜੋ ਰੱਬੀ ਬਾਣੀ ਗੁਰੂ ਨਾਨਕ ਮਹਾਰਾਜ ਜੀ ਦੀ ਰਚਨਾ ਤੋਂ, ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਮੁਬਾਰਕ ਰਚਨਾ ਤੋਂ, ਗੁਰੂ ਅਮਰਦਾਸ ਮਹਾਰਾਜ ਜੀ ਦੀ ਮੁਬਾਰਕ ਰਚਨਾ ਤੋਂ
ਸੋਢੀ ਸੁਲਤਾਨ ਗੁਰੂ ਰਾਮਦਾਸ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਮੁਬਾਰਕ ਰਸਨਾ ਤੋਂ, ਭੱਟ ਜਨਾਂ ਦੀ ਰਸਨਾ ਤੋਂ, ਭਗਤ ਜਨਾਂ ਦੀ ਰਸਨਾ ਤੋਂ, ਗੁਰ ਸਿੱਖ ਬ੍ਰਹਮ ਗਿਆਨੀਆਂ ਦੀ ਰਸਨਾ ਤੋਂ ਜੋ ਰੱਬੀ ਬਾਣੀ ਹੈ, ਜੋ ਅਗੰਮੀ ਬਾਣੀ ਹੈ, ਇਸ ਨੂੰ ਗੁਰਮੁਖੀ ਲਿਪੀ ਦੇ ਵਿੱਚ ਕਨਵਰਟ ਕਰਕੇ ਲਿਖਣਾ ਆਰੰਭ ਕਰੋ। ਸਮਾਂ ਆਵੇਗਾ ਕਿ ਇਹ ਜੋ ਰੱਬੀ ਬਾਣੀ ਦੇ ਬੋਲ ਹੈ, ਇਹ ਜੋ ਗੁਰਬਾਣੀ ਹੈ, ਤਕਰੀਬਨ ਦੁਨੀਆ ਦੀ ਹਰ ਭਾਸ਼ਾ ਦੇ ਵਿੱਚ ਇਸ ਦਾ ਤਰਜਮਾ ਹੋਵੇਗਾ। ਜੋ ਅਕਾਲ ਪੁਰਖ ਪਰਮੇਸ਼ਰ ਦੀ ਬਾਣੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਗੁਰਬਾਣੀ ਨੂੰ ਇਕੱਤਰ ਕਰਨ ਦਾ ਕਾਰਜ ਜਦੋਂ ਆਰੰਭ ਕੀਤਾ, ਉਦੋਂ ਇਹ ਬਚਨ ਕੀਤੇ ਵੀ ਜੋ ਇਹ ਧੁਰਕੀ ਤੇ ਅਗੰਮੀ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦੀ ਬਾਣੀ ਹੈ, ਇਹ ਸਮਾਂ ਆਵੇਗਾ, ਇਹ ਦੁਨੀਆ ਦੇ ਹਰ ਭਾਸ਼ਾ ਦੇ ਵਿੱਚ ਲਿਖੀ ਜਾਵੇਗੀ। ਅੱਜ ਅਸੀਂ ਇਹ ਦੇਖ ਸਕਦੇ ਹਾਂ ਵੀ ਵਰਲਡ ਲੈਵਲ ਤੇ ਦੁਨੀਆ ਦੀਆਂ ਕਿੰਨੀਆਂ ਭਾਸ਼ਾਵਾਂ ਦੇ ਵਿੱਚ ਇਹ ਰੱਬੀ ਬਾਣੀ ਦੀ ਜੋ ਹੋਂਦ ਹੈ, ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦੀ, ਉਹ ਪੜ੍ਹਨ ਤੇ ਸੁਣਨ ਨੂੰ ਸਾਨੂੰ ਪ੍ਰਾਪਤ ਹੁੰਦੀ ਹੈ। ਇਹ ਐਡਾ ਵੱਡਾ ਪਰ ਉਪਕਾਰ ਜੋ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਵਰਲਡ ਦੀ ਪੂਰੀ ਕਾਇਨਾਤ ਦੇ ਭਲੇ ਵਾਸਤੇ ਇਹ ਨਾਮ ਬਾਣੀ ਦਾ ਜਹਾਜ਼ ਤਿਆਰ ਕਰਨਾ ਆਰੰਭ ਕੀਤਾ, ਤੇ ਇਸ ਸਮਾਗਮ ਨੂੰ ਤੇ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦਾ ਕੋਟਨ ਕੋਟ ਧੰਨਵਾਦ ਤੇ ਸ਼ੁਕਰ ਕਰਨ ਵਾਸਤੇ ਜਿਹੜਾ ਵੀ ਬੁੱਧੀ ਜੀਵ, ਕੋਈ ਧਰਮ ਜਾਂ ਸੰਸਥਾ ਜਾਂ ਕੋਈ ਜਥੇਬੰਦੀ ਜਿਸ ਨੂੰ ਗੁਰਬਾਣੀ ਦੇ ਗੁੱਝੇ ਭੇਦਾਂ ਦਾ, ਗੁੱਝੇ ਅਰਥਾਂ ਦਾ ਪਤਾ ਲੱਗਦਾ, ਉਹ ਉਸੇ ਵਕਤ ਸਿਰ ਨਿਭਾ ਦਿੰਦਾ, ਉਸ ਵਕਤ ਹੀ ਨਮਸਕਾਰ ਕਰਨ ਲੱਗ ਪੈਂਦਾ ਕਿ ਜੋ ਇਹ ਰੱਬੀ ਬਾਣੀ ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ, ਸਾਰੇ ਸਮੇਂ ਲੈ ਲਏ, ਭੂਤ ਭਵਿੱਖ ਤੇ ਵਰਤਮਾਨ। ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਜੋ ਪੂਰੇ ਸੰਸਾਰੀ ਜੀਵਾਂ ਤੇ ਤਰਸ ਕਰਕੇ ਨਾਮ ਬਾਣੀ ਦਾ ਜਹਾਜ਼ ਤਿਆਰ ਕੀਤਾ, ਤੇ ਉਸ ਗੁਰਪੁਰਬ ਨੂੰ, ਉਸ ਸਮੇਂ ਤੇ ਉਸ ਦਿਹਾੜੇ ਨੂੰ, ਉਹਨਾਂ ਘੜੀਆਂ ਨੂੰ, ਉਹਨਾਂ ਪਲਾਂ ਨੂੰ, ਉਹਨਾਂ ਦਿਨਾਂ ਨੂੰ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦੇ ਜੋ ਮਨ ਕਰਕੇ ਸ਼ੁਕਰਾਨਾ ਤੇ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦੀ ਹੋਂਦ ਨੂੰ ਸੱਚ ਕਰਕੇ ਮੰਨਦੇ ਹੈ, ਤੇ ਉਹ ਤਨ ਕਰਕੇ ਤੇ ਮਨ ਕਰਕੇ ਤੇ ਧਨ ਕਰਕੇ ਸੇਵਾ ਕਰਕੇ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦੇ ਚਰਨਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ। ਜਿੱਥੇ ਦੁਨੀਆ ਦੇ ਕੋਨੇ-ਕੋਨੇ ਤੇ ਸਿੱਖ ਸੰਗਤਾਂ ਇਸ ਪਾਵਨ ਪਵਿੱਤਰ ਦਿਹਾੜੇ ਨੂੰ ਮਨਾ ਰਹੀਆਂ, ਉੱਥੇ ਆਪ ਸੰਗਤਾਂ ਨੇ ਵੀ ਜੋ 4 ਤਰੀਕ ਨੂੰ ਸ਼ਾਮਾਂ ਦੇ
ਦੀਵਾਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਨਿੱਘੀ ਗੋਦ ਤੇ ਚਰਨਾਂ 'ਚ ਸਜੇ। ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰ ਕੇ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦੇ ਚਰਨਾਂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਤਿਸ ਪਾਵਨ ਪਵਿੱਤਰ ਦਿਹਾੜੇ ਦੇ ਨਾਲ ਸੰਬੰਧਿਤ ਜੋ ਇਤਿਹਾਸ ਹੈ ਉਸ ਸਮੇਂ ਦੇ ਹਿਸਾਬ ਸਰਵਣ ਕੀਤਾ। ਤੇ ਜੋ ਅੱਜ ਦੀਵਾਨਾਂ ਦੀ ਆਰੰਭਤਾ ਅੰਮ੍ਰਿਤ ਵੇਲੇ ਹਰ ਰੋਜ਼ ਦੀ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਕਿਰਪਾ ਕੀਤੀ। ਗੁਰਸਿੱਖ ਸੇਵਾਦਾਰਾਂ ਦੀਆਂ ਅਰਦਾਸਾਂ ਨੂੰ ਪ੍ਰਵਾਨ ਕਰਦਿਆਂ ਸੁੰਦਰ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਖੁੱਲੇ ਦਰਸ਼ਨ ਦਿਦਾਰੇ ਤੇ ਨਿਤਨੇਮੀਆਂ ਨੂੰ ਨਿਤਨੇਮ ਦੀ ਦਾਤ ਬਖਸ਼ਿਸ਼ ਕੀਤੀ। ਉੱਥੇ ਅੰਮ੍ਰਿਤ ਵੇਲੇ ਤਕਰੀਬਨ 11 ਕੁ ਵਜੇ ਜੋ ਬਿਆਨਾਂ ਦੇ ਟੈਕਸੀ ਯੂਨੀਅਨ ਦੇ ਗੁਰਮੁਖ ਪਿਆਰੇ ਗੁਰਮੁਖ ਰੂਹਾਂ ਜਿਹੜੀਆਂ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਤੇ ਇਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਨੂੰ ਮਨਾਉਣ ਵਾਸਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ 'ਚ ਪਹੁੰਚੀਆਂ। ਅਰਦਾਸ ਬੇਨਤੀ ਕਰਕੇ ਸ੍ਰੀ ਅਕਾਲੀ ਬਾਣੀ ਦੇ ਅਖੰਡ ਜਾਪ ਆਰੰਭ ਹੋਏ। ਬੇਅੰਤ ਸਿੱਖ ਸੰਗਤਾਂ ਨੇ ਹਾਜ਼ਰੀਆਂ ਭਰ ਕੇ ਖੁਸ਼ੀਆਂ ਪ੍ਰਾਪਤ ਕੀਤੀਆਂ। ਤਨ ਕਰਕੇ ਮਨ ਕਰਕੇ ਧਨ ਕਰਕੇ ਗੁਰੂ ਕੇ ਲੰਗਰਾਂ ਦੀਆਂ ਸੇਵਾ ਤੇ ਹੋਰ ਇਸ ਸੰਬੰਧ ਦੇ ਵਿੱਚ ਜੋ ਪ੍ਰਬੰਧਕ ਵੀਰਾਂ ਦੇ ਸੇਵਾਦਾਰਾਂ ਨੇ ਇਹ ਮਤਾ ਬਣਾ ਕਰਕੇ ਸਲਾਹ ਮਸ਼ਵਰਾ ਕਰਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰਬਾਣੀ ਦਾ ਓਟ ਆਸਰਾ ਲੈ ਕਰਕੇ ਅਸਮੇਤ ਜਗ ਦੀ ਆਰੰਭਤਾ ਕੀਤੀ। ਸੰਧਿਆ ਸਮੇਂ ਕਿਉਂਕਿ ਸੰਨਿਆ ਸੋਦਰ ਗਾਵਨਾ ਮਨ ਮੇਲੀ ਕਰ ਮੇਲ ਮਲੰਦੇ ਰਾਤੀ ਕੀਰਤ ਸੋਹੇਲਾ ਕਰ ਆਰਤੀ ਪ੍ਰਸਾਦ ਵਡੰਦੇ। ਗੁਰਮੁਖਾਂ ਦੀ ਰਸਨਾ ਤੋਂ ਸੋਦਰ ਰਹਿਰਾਸ ਸਾਹਿਬ ਜੀ ਦਾ ਜਾਪ ਹੋਈ ਹੈ। ਆਪਾਂ ਰਲ ਮਿਲ ਕੇ ਸੁਰਤੀ ਬਿਰਤੀ ਨੂੰ ਗੁਰੂ ਚਰਨਾਂ ਦੇ ਨਾਲ ਜੋੜ ਕਰਕੇ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ ਭਿੰਨ ਤੋਹਿ ਤੇਤੀ। ਮਕਸਦ ਤਾਂ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦੀ ਯਾਦ ਦੇ ਨਾਲ ਹੈ ਵੀ ਕਦੋਂ ਉਹ ਸਮਾਂ ਆਵੇ ਜਿਸ ਸਮੇਂ ਦੇ ਵਿੱਚ ਅਸੀਂ ਪੂਰਨ ਤੌਰ ਤੇ ਰੋਮ ਰੋਮ ਕਰਕੇ ਉਸ ਅਕਾਲ ਪੁਰਖ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੁੜ ਜਾਈਏ। ਰੱਬੀ ਬਾਣੀ ਦੇ ਵਿੱਚ ਜੋ ਜੀਵ ਦੀ ਕਲਿਆਣ ਦੇ ਵਾਸਤੇ ਗੁਰਬਾਣੀ ਦੇ ਰੂਪ ਦੇ ਵਿੱਚ ਸਾਨੂੰ ਇਹ ਦਾਤ ਤੇ ਸਿੱਖਿਆ ਪ੍ਰਾਪਤ ਹੋਈ ਹੈ, ਉਸ ਸਿੱਖਿਆ ਨੂੰ ਅਸੀਂ ਆਪਣੇ ਜੀਵਨ ਦਾ ਆਧਾਰ ਬਣਾ ਕੇ ਜ਼ਿੰਦਗੀ ਦਾ ਅੰਗ ਬਣਾ ਕੇ ਜੋ ਗੁਰ ਕਹੈ ਸੋਈ ਭਲ ਮਾਨੈ ਵੇ ਜੋ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦੀ ਰੱਬੀ ਬਾਣੀ 'ਚ ਜੀਵ ਦੇ ਪ੍ਰਤੀ ਜੋ ਹੁਕਮ ਹੈ ਉਸ ਨੂੰ ਸੱਤ ਕਰਕੇ ਜਿਹੜਾ ਵੀ ਜੀਵ ਮੰਨੇਗਾ ਉਸ ਦਾ ਹੀ ਇਸ ਸੰਸਾਰ ਤੇ ਆਉਣਾ ਰਹਿਣਾ ਤੇ ਵਾਪਸ ਜਾਣਾ ਸਫਲ ਹੋਵੇਗਾ। ਸਫਲ ਸਫਲ ਭਈ ਸਫਲ ਯਾਤਰਾ ਆਵਣ ਜਾਣ ਰਹੇ ਮਿਲੇ ਸਾਧ। ਤੇ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਜੀ ਸੱਚਖੰਡ ਹਰਿਮੰਦਰ ਸਾਹਿਬ ਵਿੱਚ ਵਿਰਾਜਮਾਨ ਹਨ। ਹਿੰਦੁਸਤਾਨ ਦੇ ਕੋਨੇ-ਕੋਨੇ ਤੋਂ ਦੁਨੀਆ ਦੇ ਦੇਸ਼ ਦਸ਼ਾਂਤਰਾਂ ਤੋਂ ਜਿਸ ਨੂੰ ਵੀ ਜਿਸ ਤੋਂ ਪਤਾ ਲੱਗਦਾ ਕਿ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ
ਕਿ ਕਲਯੁਗ ਦੇ ਅਵਤਾਰ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਦੀ ਰੱਬੀ ਜੋਤ ਗੁਰੂ ਅਰਜਨ ਦੇਵ ਮਹਾਰਾਜ ਦੇ ਰੂਪ ਦੇ ਵਿੱਚ ਅੰਮ੍ਰਿਤਸਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਵਿਰਾਜਮਾਨ ਉਹ ਸਮੇਂ ਦੇ ਹਿਸਾਬ ਦੇ ਨਾਲ ਯਾਤਰਾ ਕਰਕੇ ਕੋਈ ਮਹੀਨਿਆਂ ਤੋਂ ਬਾਅਦ, ਕੋਈ ਹਫ਼ਤਿਆਂ ਤੋਂ ਬਾਅਦ, ਕੋਈ ਦਿਨਾਂ ਤੋਂ ਬਾਅਦ ਗੁਰੂ ਚਰਨਾਂ ਦੇ ਵਿੱਚ ਪਹੁੰਚਦੇ ਤੇ ਜੋ ਕੰਨਾਂ ਦੇ ਨਾਲ ਗੁਰੂ ਅਰਜਨ ਦੇਵ ਮਹਾਰਾਜ ਦੀ ਵਡਿਆਈ ਤੇ ਮਹਿਮਾ ਸੁਣੀ ਸੀ, ਜਦੋਂ ਅੱਖਾਂ ਨਾਲ ਦੇਖਦੇ ਤੇ ਕੰਨਾਂ ਦੇ ਨਾਲ ਆ ਕਰਕੇ ਗੁਰੂ ਮੁਖ ਦੁਆਰਾ ਇਹ ਰੱਬੀ ਬਾਣੀ ਸਰਵਣ ਕਰਦੇ ਤੇ ਫਿਰ ਸਭ ਕੁਝ ਭੁੱਲ ਜਾਂਦੇ ਵੀ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦਾ ਇਹ ਪ੍ਰਤੱਖ ਰੂਪ ਹੈ। ਕਿਉਂਕਿ ਜਗ ਔਰ ਨਾ ਜਾਏ ਮਹਾਤਮ ਮੈਂ ਅਵਤਾਰ ਉਜਾਗਰ ਆਨ ਕੀਓ, ਤਿਨ ਕੇ ਦੁਖ ਕੋਟਕ ਦੂਰ ਗਏ ਮਥੁਰਾ ਜਿਨ ਅੰਮ੍ਰਿਤ ਨਾਮ ਪੀਓ। ਇਹ ਪੱਦਤ ਤੇ ਮਤ ਚੁੱਕ ਹੈ ਰੇ ਮਨ ਵੇਦ ਭਵੇਦ ਨ ਜਾਣ ਪੀਓ। ਪਰ ਤਛ ਹਿਰਦੈ ਗੁਰ ਅਰਜਨ ਕੈ ਹਰ ਪੂਰਨ ਬ੍ਰਹਮ ਨਿਵਾਸ ਲਿਓ। ਪੂਰਨ ਜੋ ਬ੍ਰਹਮ ਅਕਾਲ ਪੁਰਖ ਹੈ ਉਸਨੇ ਗੁਰੂ ਅਰਜਨ ਦੇਵ ਮਹਾਰਾਜ ਦੇ ਰੂਪ 'ਚ ਨਿਵਾਸ ਕੀਤਾ ਹੈ ਇਸ ਧਰਤੀ ਦੇ ਵਿੱਚ। ਨਿਤਨੇਮੀ ਸੰਗਤਾਂ ਹਰ ਰੋਜ਼ ਪੜ੍ਹਦੀਆਂ ਕਿ ਆਪ ਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ। ਜਿਹੜਾ ਗੁਰੂ ਦੇ ਨਾਲ ਪਿਆਰ ਕਰਦਾ, ਅਕਾਲ ਪੁਰਖ ਪਰਮੇਸ਼ਰ ਦੇ ਨਾਲ ਪਿਆਰ ਕਰਦਾ, ਆਪ ਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ। ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ। ਕਿਉਂਕਿ ਬਾਣੀ ਬੋਲਣ ਨੂੰ ਕਹਿੰਦੇ ਹੈ, ਕਿਉਂਕਿ ਬਾਣੀ ਦੇ ਨਾਲ ਹੀ ਪਰਮਾਤਮਾ ਨੇ ਪੂਰੀ ਕਾਇਨਾਤ ਕੀਤਾ ਪਸਾਓ, ਏਕੋ ਕਵਾਓ ਤਿਸਤੇ ਹੋਏ ਲੱਖ ਦਰਿਆਓ। ਹਰ ਯੁੱਗ ਦੇ ਅਵਤਾਰਾਂ ਨੇ, ਪੈਗੰਬਰਾਂ ਨੇ, ਔਲੀਆ ਨੇ, ਬ੍ਰਹਮ ਗਿਆਨੀਆਂ ਨੇ, ਭਗਤਾਂ ਨੇ ਜੋ ਅਕਾਲ ਪੁਰਖ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੁੜ ਕੇ ਪਰਮਾਤਮਾ ਦਾ ਪੈਗਾਮ ਇਸ ਧਰਤੀ ਤੇ ਜੀਵਾਂ ਤੱਕ ਪਹੁੰਚਾਇਆ, ਸਾਡੇ ਕੰਨਾਂ ਤੱਕ ਪਹੁੰਚਾਉਣਾ ਕੀਤਾ। ਤੇ ਜਦੋਂ ਬਾਣੀ ਦੇ ਨਾਲ ਗੁਰੂ ਲੱਗ ਜਵੇ, ਭਾਵ ਇਹ ਗੁਰੂ ਦੇ ਮੁਖ ਤੋਂ ਉਚਾਰੀ ਹੋਈ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦੀ ਬਾਣੀ ਹੈ। ਇਹ ਪ੍ਰਕਾਸ਼ ਰੂਪ ਹੈ। ਲੱਖਾਂ ਕਰੋੜਾਂ ਜਨਮਾਂ ਦਾ ਜੀਵ ਦੇ ਹਿਰਦੇ 'ਚ ਘੁੱਪ ਹਨੇਰਾ ਅਗਿਆਨਤਾ ਹੋਵੇ, ਪਰ ਜਦੋਂ ਰੱਬੀ ਬਾਣੀ ਦਾ ਇੱਕ ਵੀ ਸ਼ਬਦ ਕਿਨਕਾ ਏਕ ਜਿਸ ਜੀ ਬਸਾਵੈ ਤਾਕੀ ਮਹਿਮਾ ਗਣੀ ਨਾ ਆਵੇ। ਸਿਰਫ ਇੱਕ ਕਿਨਕਾ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਚਨ ਕੀਤੇ ਕਿ ਏਕ ਚਿਤ ਜਹ ਇੱਕ ਛਿਨ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਹਜ਼ਾਰਾਂ ਦੀ ਤਾਦਾਦ ਦੇ ਵਿੱਚ ਮਾਨੋ ਕਿ ਸਿੱਖ ਸੰਗਤਾਂ ਦਾ ਹੜ੍ਹ ਆਇਆ। ਜਿਹੜੇ ਸੇਵਾ ਲੈਣ ਵਾਸਤੇ, ਦਸਵੰਧ ਲੈਣ ਵਾਸਤੇ ਨਗਰਾਂ ਦੇ ਵਿੱਚ ਸੇਵਾਦਾਰ ਜਾਂਦੇ, ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਨਮਸਕਾਰ ਡੰਡੌਤ ਬੇਨਤੀਆਂ ਕਰਕੇ ਫਿਰ ਆਗਿਆ ਲੈ ਕਰਕੇ ਇਹ ਅਰਦਾਸੀਏ ਤੱਕ ਜੋ ਆਪਣੀ ਬੇਨਤੀ ਹੈ ਉਸ ਨੂੰ ਪਹੁੰਚਾਉਂਦੇ ਕਿ ਤੁਸੀਂ ਕਿਰਪਾ ਕਰੋ ਕਿ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਤੱਕ ਇਹ ਜੋ ਸੱਚੀ ਖਬਰ ਹੈ ਇਹ ਪਹੁੰਚ ਜਾਵੇ। ਤੇ ਕੀ ਖਬਰ ਸੀ ਕਿ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਵੱਡੇ ਭਰਾਤਾ ਪਿਰਥੀ ਚੰਦ ਤੇ ਹੋਰ ਵੀ ਆਪਣੇ ਆਪ ਨੂੰ ਗੁਰੂ ਤੇ ਭਗਤ ਪਹੁੰਚੇ ਹੋਏ ਦੱਸ ਕੇ
ਤੇ ਕਾਵ ਰਚਨਾ ਦੇ ਵਿੱਚ ਬਾਣੀ ਲਿਖਦੇ ਤੇ ਸੁਣਾਉਂਦੇ। ਅਖੀਰ ਦੇ ਵਿੱਚ ਮਹਾਰਾਜ ਜੀ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਨਾਮ ਲਿਖ ਦਿੰਦੇ। ਤੇ ਜਿਨ੍ਹਾਂ ਨੇ ਆਪ ਜੀ ਦੇ ਦਰਸ਼ਨ ਦਿਦਾਰੇ ਕੀਤੇ, ਰੋਮ ਰੋਮ ਕਰਕੇ ਜਿਨ੍ਹਾਂ ਦਾ ਪੂਰਨ ਭਰੋਸਾ ਬੱਝ ਗਿਆ ਕਿ ਆਪ ਪਰਮੇਸ਼ਰ ਰੂਪ ਹੋ, ਤੇ ਉਹਨਾਂ ਦੀ ਕੱਚੀ ਬਾਣੀ ਤੇ ਗੁਰੂ ਨਾਨਕ ਮਹਾਰਾਜ ਜੀ ਦਾ ਨਾਮ ਲਿਖਣ ਕਰਕੇ ਉਹਨਾਂ ਦੇ ਹਿਰਦੇ ਬਲੁੰਦਰੇ ਜਾਂਦੇ। ਤੇ ਆਪ ਕਿਰਪਾ ਕਰੋ ਤੇ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕਾਂਸੀ ਤੋਂ ਇੱਕ ਪੰਡਤ ਬੁਲਾਇਆ ਸੀ। ਉਸ ਪੰਡਤ ਦੇ ਮਨ ਦੇ ਵਿੱਚ ਕਾਂਸੀ ਬਨਾਰਸ ਵਿਖੇ ਇਹ ਖਿਆਲ, ਇਹ ਸੰਕਲਪ, ਸਵਾਲ ਪੈਦਾ ਹੋ ਗਿਆ ਵੀ ਜੇ ਇਹ ਕਲਯੁਗ ਦੇ ਅਵਤਾਰ ਗੁਰੂ ਨਾਨਕ ਰੂਪ ਪ੍ਰਤੱਖ ਹਰੀ ਹੈ, ਵੀ ਜਿਹੜਾ ਵੀ ਦੁਨੀਆ ਦੇ ਕੋਨੇ ਤੋਂ ਜਾਂਦਾ ਤੇ ਉਹ ਰੱਬ ਕਰਕੇ ਮੰਨ ਕੇ ਤੇ ਵਾਪਸ ਆ ਜਾਂਦਾ ਕਿ ਵਾਕਿਆ ਹੀ ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ। ਕੋਈ ਭੁਲੇਖਾ ਰਹਿੰਦਾ ਹੀ ਨਹੀਂ। ਮਨੋ ਮਨ ਬੇਨਤੀ ਕੀਤੀ ਤੇ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਸ਼ੰਕੇ ਦੀ ਨਿਵਰਤੀ ਕਰਨ ਵਾਸਤੇ ਪੰਡਤ ਨੂੰ ਸੱਦਾ ਭੇਜਿਆ ਕਿ ਪੰਡਤ ਜੀ ਨੂੰ ਕਹੋ ਕਿ ਆ ਕਰਕੇ ਵੇਦਾਂ ਸ਼ਾਸਤਰਾਂ ਸਿਮਰਤੀਆਂ ਦੀ ਕਥਾ ਸੁਣਾਵੇ ਸਿੱਖ ਸੰਗਤਾਂ ਨੂੰ। ਸਾਰੀਆਂ ਸਿੱਖ ਸੰਗਤਾਂ ਬੜੀਆਂ ਹੈਰਾਨ, ਪਰ ਗੁਰੂ ਦਾ ਹੁਕਮ ਸੀ ਹਰ ਰੋਜ਼ ਸ਼ਾਮਾਂ ਨੂੰ ਉਸਨੇ ਕਥਾ ਸੁਣਾਉਣੀ ਤੇ ਸਿੱਖ ਸੰਗਤਾਂ ਨੇ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਵੀ ਸਰਵਣ ਕਰਨੀ। ਜਿਹੜੀ ਉਹ ਪੋਥੀ ਨਾਲ ਲੈ ਕਰਕੇ ਆਇਆ ਸੀ, ਜਦੋਂ ਉਸ ਪੋਥੀ ਦੀ ਕਥਾ ਸਮਾਪਤ ਹੋ ਗਈ, ਉਹਨੇ ਦੇਖਿਆ ਵੀ ਲੰਗਰ ਪ੍ਰਸ਼ਾਦਾ ਮਾਇਆ ਤੇ ਸਿੱਖ ਸੰਗਤਾਂ ਵੀ ਬਹੁਤ ਕੁਝ। ਵੱਡੀ ਇਹ ਬਾਤ ਹੈ ਕਿ ਗੁਰੂ ਅਰਜਨ ਦੇਵ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਜੀ ਵੀ ਬਹੁਤ ਖੁਸ਼ ਹਨ। ਉਹਨੇ ਆਗਿਆ ਮੰਗੀ ਕਿ ਮਹਾਰਾਜ ਜੀ ਦੀ ਕਿਰਪਾ ਕਰੋ, ਮੈਂ ਦੂਜੀ ਪੋਥੀ ਕਾਂਸੀ ਤੋਂ ਲੈ ਆਵਾਂ ਵੀ ਇਸ ਦੀ ਤਾਂ ਕਥਾ ਸੰਪੂਰਨ ਹੋ ਗਈ। ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਪ੍ਰੇਮੀਆਂ ਠੀਕ ਹੈ, ਜਾ ਕਰਕੇ ਲੈ ਕਰਕੇ ਆਓ, ਨਹੀਂ ਤਾਂ ਆਪਣੇ ਲੜਕੇ ਨੂੰ ਭੇਜ ਦਿਓ। ਕਹਿੰਦੇ ਠੀਕ ਹੈ ਮਹਾਰਾਜ, ਮੈਂ ਆਪ ਜੀ ਦੇ ਚਰਨਾਂ ਦਾ ਆਨੰਦ ਲੈਣਾ, ਸੇਵਾ ਸਿਮਰਨ ਕਰਕੇ ਤੇ ਇਹ ਚਲੇ ਜਾਂਦਾ। ਜਦੋਂ ਉਹ ਪੋਥੀ ਲੈਣ ਵਾਸਤੇ ਤੁਰਿਆ ਅੰਮ੍ਰਿਤਸਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੋਂ, ਤੇ ਸਮੇਂ ਦੇ ਮੁਤਾਬਕ ਅਗਿਆਨਤਾ ਦੇ ਅੰਧੇਰੇ 'ਚ ਜੋ ਸਿੱਖ ਸੰਗਤਾਂ ਪਿੰਡਾਂ ਦੇ ਲੋਕ ਉਲਝੇ ਸਨ, ਤੇ ਉਸ ਦੇ ਮੁਤਾਬਕ ਵੀ ਕੋਈ ਇਹ ਜੋ ਮੇਰੇ ਨਾਲ ਚਾਂਸ ਹੋਇਆ ਇਹ ਠੀਕ ਨਹੀਂ ਹੋਇਆ। ਮੈਂ ਚੱਲਿਆ ਤੇ ਬਿੱਲੀ ਰਾਸਤਾ ਕੱਟ ਗਈ, ਮੈਂ ਚੱਲਿਆ ਤੇ ਕਿਸੇ ਨੂੰ ਛਿੱਕ ਆ ਗਈ। ਜਦੋਂ ਇਹ ਵਾਪਸ ਆ ਗਿਆ, ਮਹਾਰਾਜ ਜੀ ਕਹਿੰਦੇ ਵੀ ਕੀ ਗੱਲ ਹੋਈ ਤੂੰ ਵਾਪਸ ਆ ਗਿਆ? ਮਹਾਰਾਜ ਜੀ ਜਿਹੜਾ ਮਹੂਰਤ ਹੈ ਉਹ ਠੀਕ ਨਹੀਂ ਹੋਇਆ। ਗੁਰੂ ਅਰਜਨ ਦੇਵ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਚੁੱਪ ਕਰ ਗਏ। ਭਾਈ ਸਾਲੋ ਜੀ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ 'ਚ ਪਹੁੰਚੇ। ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਜੀ ਭਾਈ ਸਾਲੋ ਨੂੰ ਨਮਸਕਾਰ ਡੰਡੌਤ ਬੰਦਨਾ ਕਰਨ ਤੋਂ ਉਪਰੰਤ ਗਲਵਕੜੀ ਚਲਾ ਕਰਕੇ ਕਹਿੰਦੇ ਕਿ ਇਹ ਸਾਡਾ ਪਰਮ ਸਿੱਖ ਆ। ਪੰਡਤ ਕਹਿੰਦਾ ਮੈਨੂੰ ਇੰਨਾ ਟਾਈਮ ਹੋ ਗਿਆ ਮੈਂ ਕਥਾ ਸੁਣਾ ਰਿਹਾ ਵੀ ਮੈਨੂੰ ਕਦੇ ਨਹੀਂ ਇਹ ਪਰਮ ਵਿਦਵਾਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਖਿਆ। ਤੇ ਆ ਭਾਈ ਸਾਲੋ ਆਇਆ ਤੇ ਆ ਕੇ ਡੰਡੌਤ ਤੇ ਮੱਥਾ ਟੇਕਿਆ ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਬੜੇ ਖੁਸ਼ ਹੋ ਕੇ ਕਹਿੰਦੇ ਵੀ ਇਹ ਸਾਡਾ ਪਰਮ ਸਿੱਖ ਹੈ। ਤੇ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਉਸ ਪੰਡਤ ਦਾ ਜਿਹੜਾ ਸ਼ੰਕਾ ਹੈ ਉਸ ਦੀ ਨਿਵਰਤੀ ਕਰਨ ਵਾਸਤੇ ਮੁਬਾਰਕ ਰਸਨਾ ਤੋਂ ਬਚਨ ਕਹੇ ਤੇ ਭਾਈ ਗੁਰਦਾਸ ਸਾਹਿਬ ਜੀ ਨੂੰ ਆਖਿਆ ਕਿ ਤੁਸੀਂ ਆਪਣੀ ਕਾਵ ਰਚਨਾ ਦੇ ਰਾਹੀਂ ਸਿੱਖ ਸੰਗਤਾਂ ਨੂੰ ਇਸ ਭੁਲੇਖੇ ਨੂੰ ਦੂਰ ਕਰਨ ਵਾਸਤੇ
ਤੇ ਇਹਨਾਂ ਨੂੰ ਇਹ ਵਾਰਤਾਲਾਪ ਗੁਰਬਾਣੀ ਤੇ ਆਪਣੀ ਰਚਨਾ ਦੁਆਰਾ ਸਪਸ਼ਟ ਕਰੋ। ਤੇ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ 7 ਵਚਨ ਜੀ। ਭਾਈ ਗੁਰਦਾਸ ਸਾਹਿਬ ਜੀ ਨੇ ਉੱਥੇ ਹੀ ਕਵਿਤ ਸੁਣਾਉਣਾ ਕੀਤਾ। ਕਹਿੰਦੇ ਗੁਰ ਸਿੱਖ ਸੰਗਤ ਮਲਾਪ ਕੋ ਪ੍ਰਤਾਪ ਐਸੋ ਪਤੀ ਵਰਤਾ ਏਕ ਟੇਕ ਦੁਬਦਾ ਨਵਾਰੀ ਹੈ। पूछत न ज्योतिक कुछ ग्रह और नक्षत्र ताई सगन अपसगन का ग्रह न नवारी है। जानत न सगन लगन आन देव सेव शब्द सुरत लेव नेहो निरंकारी है। सिख संत बालक श्री गुरु प्रतिपालक होए। जदों मत्था टेकन लगे असीं बालक बन जाइए ना, ਅਸੀਂ ਸਿੱਖ ਬਣ ਜਾਈਏ, ਫਿਰ ਆਪਣਾ ਫਰਜ਼ ਜੋ ਪਿਤਾ ਦਾ ਜੋ ਗੁਰੂ ਦਾ ਉਹ ਆਪਣੇ ਆਪ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਕਰਨਗੇ। ਮੈਂ ਬੇਨਤੀ ਕਰਿਆ ਕਰਦਾ ਕਿ ਜਦੋਂ ਵੀ ਸਾਨੂੰ ਇਹ ਸਮਾਂ ਸਤਸੰਗਤ 'ਚ ਬੈਠਣ ਦਾ ਮਿਲੇ, ਨਿਤਨੇਮ ਕਰਨ ਦਾ ਮਿਲੇ, ਸਿਮਰਨ ਕਰਨ ਦਾ ਮਿਲੇ, ਪਰਮਾਤਮਾ ਨੂੰ ਸੁਣਨ ਜਾਂ ਸੁਣਾਉਣ ਦਾ ਮਿਲੇ, ਪਹਿਲਾਂ ਕੁਝ ਸਮਾਂ ਆਪਣੇ ਨਾਲ ਗੱਲਾਂ ਕਰਕੇ ਰੋਮ ਰੋਮ ਕਰਕੇ ਇਹ ਮੰਨ ਲਿਆ ਕਰੋ ਕਿ ਮੈਂ ਹੁਣ ਸਤ ਸੰਗਤ ਦਾ ਇੱਕ ਹਿੱਸਾ, ਮੈਂ ਰੱਬੀ ਬਾਣੀ ਦਾ ਨਿਤਨੇਮੀ ਹਾਂ, ਨਿਤਨੇਮ ਕਰ ਰਿਹਾ। ਮੈਂ ਪਰਮਾਤਮਾ ਦੀ ਯਾਦ ਦੇ ਵਿੱਚ ਬੈਠਾ, ਮੈਂ ਰਸਨਾ ਤੋਂ ਸਤਿਨਾਮ ਵਾਹਿਗੁਰੂ ਦਾ ਸਿਮਰਨ ਕਰ ਰਿਹਾ। ਜਿਸ ਤਰ੍ਹਾਂ ਹਰ ਕਿੱਤਾ ਕਰਨ ਦੇ ਸਮੇਂ ਹਰ ਮਨੁੱਖ ਨੂੰ ਮੰਨਣਾ ਹੀ ਪੈਂਦਾ ਕਿ ਮੈਂ ਜਹਾਜ਼ ਦਾ ਪਾਇਲਟ ਹਾਂ, ਮੈਂ ਜਹਾਜ਼ ਚਲਾ ਰਿਹਾ, ਮੈਂ ਕਾਰ ਦਾ ਡਰਾਈਵਰ ਹਾਂ, ਮੈਂ ਕਾਰ ਚਲਾ ਰਿਹਾ। ਇਸੇ ਤਰ੍ਹਾਂ ਜਿਸ ਕਾਰਜ ਨੂੰ ਕਰਨ ਵਾਸਤੇ ਅਸੀਂ ਸਾਰੇ ਸੰਸਾਰ ਤੇ ਆਏ ਹਾਂ, ਜਿਸ ਕਾਰਜ ਨੂੰ ਅਲੱਗ ਅਲੱਗ ਹਜ਼ਾਰਾਂ ਲੱਖਾਂ ਪ੍ਰਮਾਣ ਤੇ ਉਦਾਹਰਨ ਐਗਜ਼ਾਮਪਲ ਦੇ ਕੇ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਸਤਿਗੁਰਾਂ ਨੇ ਵਿਸਥਾਰ ਦੇ ਨਾਲ ਦੱਸਿਆ। ਜਿਸ ਤਰ੍ਹਾਂ ਚੰਗਾ ਟੀਚਰ ਉਨਾ ਚਿਰ ਉਸ ਨੂੰ ਟਾਈਮ ਦੇਣਾ ਬੰਦ ਨਹੀਂ ਕਰਦਾ ਜਿੰਨਾ ਚਿਰ ਸਟੂਡੈਂਟ ਦੇ ਦਿਮਾਗ 'ਚ ਗੱਲ ਪੈ ਨਾ ਜਾਵੇ। ਇਸੇ ਤਰ੍ਹਾਂ ਗੁਰੂ ਪਿਤਾ ਅਕਾਲ ਪੁਰਖ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਰੂਪ ਦੇ ਵਿੱਚ ਬੜੇ ਹੀ ਪਿਆਰ ਤੇ ਸ਼ਰਧਾ ਭਾਵਨਾ ਦੇ ਨਾਲ ਪੂਰੇ ਵਿਸਥਾਰ ਦੇ ਨਾਲ ਜਿਹੜਾ ਜਿਹੜਾ ਪ੍ਰਸ਼ਨ ਤੇ ਸਵਾਲ ਤੇ ਸੰਕਲਪ ਉੱਠਦਾ ਉਸ ਵਕਤ ਹੀ ਦੂਸਰੀ ਪੰਕਤੀ ਦੇ ਵਿੱਚ ਮਨੁੱਖ ਨੂੰ ਮਿਲ ਜਾਂਦਾ। ਪਰ ਇਹਨੇ ਜੇ ਲੈਣਾ ਹੋਵੇ, ਪਰ ਇਹ ਤੁਰਿਆ ਹੀ ਦੇਣ ਵਾਸਤੇ ਆ, ਇਹ ਲੈਣ ਵਾਸਤੇ ਨਹੀਂ। ਤੇ ਜਿਹੜੇ ਲੈਣ ਵਾਸਤੇ ਗੁਰੂ ਦੇ ਚਰਨਾਂ 'ਚ ਆਉਂਦੇ ਆ ਗੁਰਮੁਖੋ, ਉਹਨਾਂ ਦੇ ਅੱਗੇ ਤਾਂ ਵਾ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਇਹ ਖਜ਼ਾਨਾ ਖੋਲ੍ਹ ਦਿੰਦਾ। ਪਿਓ ਦਾਦੇ ਕਾ ਖੋਲ ਡਿਠਾ ਖਜ਼ਾਨਾ ਤਾਂ ਮੇਰੇ ਮਨ ਭਿਆ ਨਿਧਾਨਾ। ਗੁਰਮੁਖ ਪਿਆਰਿਓ, ਜਦੋਂ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਬਚਨਾਂ ਦੇ ਨਾਲ ਭਾਈ ਗੁਰਦਾਸ ਸਾਹਿਬ ਜੀ ਨੇ ਇਹ ਗੱਲ ਆਖੀ ਨਾ ਕਿ ਸਿੱਖ ਸੰਤ ਬਾਲਕ ਸ੍ਰੀ ਗੁਰੂ ਪ੍ਰਤਪਾਲਕ ਹੋਏ। ਗੁਰੂ ਦੀ ਗੱਲ, ਬਾਪ ਦੀ ਗੱਲ, ਪਰਮੇਸ਼ਰ ਦੀ ਗੱਲ ਬਾਅਦ 'ਚ ਕੀਤੀ ਹੈ। ਪਹਿਲਾਂ ਸਿੱਖ ਦੇ ਕੇ ਉਹ ਕਿਸ ਭਾਵਨਾ ਦੇ ਨਾਲ ਮੱਥਾ ਟੇਕ ਰਿਹਾ। ਸੋ ਗੁਰਮੁਖ ਪਿਆਰਿਓ, ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪੰਡਤ ਦਾ ਸ਼ੰਕਾ ਕਰਤਾ ਦੂਰ ਤੇ ਭਾਈ ਪੈੜਾ ਮੋਖਾ ਸੰਗਤ ਦੇ ਵਿੱਚ ਸੀ ਤੇ ਮਹਾਰਾਜ ਨੇ ਬੁਲਾਇਆ। ਹਾਂਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ। ਕਹਿੰਦੇ ਸੰਗਲਾ ਦੀਪ ਟਾਪੂ ਦੇ ਵਿੱਚ ਜਾਣਾ। ਕਹਿੰਦੇ ਉੱਥੇ ਮਾਇਆ ਮੇਦਨੀ ਨਾਮ ਦਾ ਰਾਜਾ ਬਾਦਸ਼ਾਹ ਆ ਤੇ ਪੋਤਾ ਆ ਉਹ ਰਾਜੇ ਸ਼ਿਵ ਨਾਮ ਦਾ। ਉੱਥੇ ਖਜ਼ਾਨਾ ਪਿਆ, ਪੋਥੀ ਪਈ ਆ ਪ੍ਰਾਣ ਸੰਗਲੀ ਰੂਪ ਦੀ। ਕਿਉਂਕਿ ਮੈਂ ਬੇਨਤੀ ਕੀਤੀ ਕਿ ਤਿੰਨਾਂ ਦੀਵਾਨਾਂ ਦੀ ਲੜੀ ਅੱਜ ਪਰਾ ਆਰੰਭ ਹੋਈ ਹੈ। ਤੇ ਜੇ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖ ਕੇ ਹਾਜ਼ਰੀ ਭਰਨ ਆਉਣਾ, ਫਿਰ ਆਪਣੇ ਆਪ ਨੂੰ ਛੱਡਦੇ ਜਾਇਓ
ਤੇ ਗੁਰਬਾਣੀ ਅੰਦਰ ਆਉਂਦੀ ਜਾਊਗੀ, ਆਪਣੇ ਆਪ ਹਿਰਦੇ 'ਚ ਵਾਸਾ ਹੋਵੇਗਾ ਗੁਰਬਾਣੀ। ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ 'ਚ ਇਹ ਹੱਥ ਜੋੜ ਰਿਹਾ ਕਿ ਜਦੋਂ ਪੂਰਨ ਤੌਰ ਤੇ ਤੁਹਾਡਾ ਸਮਰਪਣ ਹੋ ਗਿਆ, ਇਹ ਸਭ ਕੁਝ ਆਟੋਮੈਟਿਕ ਹੈ, ਫਿਰ ਅਕਾਲ ਪੁਰਖ ਪ੍ਰਮਾਤਮਾ ਪਰਮੇਸ਼ਰ ਕਿਸੇ ਚੀਜ਼ ਦਾ ਓਹਲਾ ਰੱਖਦਾ ਹੀ ਨਹੀਂ। ਜਿਸ ਤਰ੍ਹਾਂ ਔਲਾਦ ਦੇ ਉੱਤੇ ਮਾਤਾ ਪਿਤਾ ਖੁਸ਼ ਹੀ ਇੰਨੇ ਹੋਣ, ਉਹ ਜਿੱਦਾਂ ਮਰਜ਼ੀ ਕਰਕੇ ਉਸਨੇ ਪ੍ਰਾਪਰਟੀ ਬਣਾਈ, ਪਰ ਉਹ ਆਪਣੀ ਔਲਾਦ ਤੇ ਖੁਸ਼ ਇੰਨਾ ਕਿਹਾ ਕਿ ਮੈਂ ਸਭ ਕੁਝ ਇਸ ਨੂੰ ਅਰਪਣ ਕਰ ਦਵਾਂ। ਜਦੋਂ ਭਾਈ ਪੈੜਾ ਮੋਖਾ ਜੀ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਬਚਨ ਸਰਵਣ ਕੀਤੇ ਤੇ 7 ਬਚਨ ਆਖੇ, ਇਹ ਨਾਮ ਬਾਣੀ ਜਹਾਜ਼ ਦੀ ਤਿਆਰੀ ਹੈ। ਇਹ ਗੁਰੂ ਅਮਰਦਾਸ ਮਹਾਰਾਜ ਦੇ ਜਿਹੜੇ ਬਚਨ ਬਾਲ ਅਵਸਥਾ 'ਚ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪ੍ਰਤੀ ਹੋਏ, ਜੋ ਗੁਰੂ ਅਮਰਦਾਸ ਮਹਾਰਾਜ ਨੇ ਆਖਿਆ ਕਿ ਪੁੱਤਰੀ ਇਹ ਸ਼ਬਦ ਦੇ ਅਰਥ ਤਾਂ ਮੈਂ ਤੈਨੂੰ ਦੱਸ ਦਿੰਨਾ ਕਿ ਬਾਣੀ ਕਾ ਬੋਝਤਾ ਕਾਹਦੇ ਮੈਂ ਕਿਹਾ, ਪਰ ਇਸ ਸ਼ਬਦ ਦੀ ਜਿਹੜੀ ਸਪਸ਼ਟਤਾ ਹੈ, ਇਹਦੀ ਜੋ ਬਣਤਰ ਹੈ, ਉਹ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਆਉਣ ਵਾਲੇ ਸਮੇਂ ਵੱਲ ਇਸ਼ਾਰਾ ਕਰਕੇ ਇਹ ਬੀਬੀ ਭਾਨੀ ਨੂੰ ਦੱਸ ਦਿੱਤਾ ਸੀ। ਉਹਦੀ ਸ਼ੁਰੂਆਤ ਹੋ ਰਹੀ ਹੈ। ਤੇ ਜਦੋਂ ਪਹੁੰਚੇ ਭਾਈ ਪੈੜਾ ਮੋਖਾ ਤੇ ਮਾਇਆ ਮੇਦਨੀ ਜਿਹੜਾ ਰਾਜਾ ਸੀ, ਸਾਡਾ ਤਾਂ ਥੋੜਾ ਜਿਹਾ ਕਾਰੋਬਾਰ ਹੋਵੇ ਟਾਈਮ ਹੀ ਨਹੀਂ ਲੱਗਦਾ ਭਾਈ ਸਾਹਿਬ ਜੀ। ਬਾਬਾ ਜੀ ਟਾਈਮ ਕਿੱਥੇ ਆ? ਉਹ ਗੁਰਮੁਖ ਪਿਆਰਿਓ, ਇੱਕ ਜਨਮ ਕੀ ਭਾਵੇਂ ਹਜ਼ਾਰਾਂ ਜਨਮ ਦੇ ਸਾਰੇ ਸਵਾਸ ਲਾ ਦਿਓ ਪਰਮਾਤਮਾ ਦੀ ਪ੍ਰਾਪਤੀ ਵਾਸਤੇ, ਫਿਰ ਵੀ ਸੌਦਾ ਬਹੁਤ ਸਸਤਾ। ਪਹਿਲੇ ਸਵਾਸ ਤੋਂ ਲੈ ਕੇ ਮੌਤ ਦੇ ਅਖੀਰਲੀ ਸਵਾਸ ਤੱਕ ਹਰ ਸਵਾਸ ਪਰਮਾਤਮਾ ਦੀ ਪ੍ਰਾਪਤੀ ਵਾਸਤੇ ਲੱਗ ਜਾਏ, ਜੇ ਪਰਮੇਸ਼ਰ ਦੀ ਬਖਸ਼ਿਸ਼ ਹੋ ਜਾਵੇ ਫਿਰ ਵੀ ਸੌਦਾ ਸਸਤਾ ਹੈ। ਕਿਉਂਕਿ ਇਹ ਸਰੀਰ ਸਵਾਸ ਉੱਦਾਂ ਕਿਹੜੇ ਰਹਿਣੇ, ਹੁਣ ਵੀ ਹਵਾ 'ਚ ਉੜੇ ਜਾ ਰਹੇ ਆ। ਹੁਣ ਕਿਤੇ ਫੜ ਲਏ ਅਸੀਂ ਸਵਾਸ ਜਾਂ ਸਮੇਂ ਨੂੰ ਪਕੜ ਲਿਆ, ਇਹ ਕਾਲਿਆਂ ਤੋਂ ਚਿੱਟੇ ਹੋ ਰਹੇ ਆ, ਅਸੀਂ ਫੜ ਸਕਦੇ, ਸਾਡੇ ਹੱਥ ਵਿੱਚ ਕੁਝ ਹੈ। ਪਰ ਜੇ ਹਰ ਸਵਾਸ ਹਰ ਛਿਨ ਲੱਗ ਕੇ ਵੀ ਗੁਰਬਾਣੀ ਨੂੰ ਸਮਝ ਜਾਈਏ, ਫਿਰ ਅਕਾਲ ਪੁਰਖ ਪਰਮਾਤਮਾ ਨਾਲ ਗਲਵਕੜੀ ਪੈ ਜਾਵੇਗੀ। ਉਸ ਬਾਦਸ਼ਾਹ ਨੂੰ ਨਮਸਕਾਰ ਡੰਡੌਤ ਤੇ ਸਿਜਦਾ ਕਰੀਏ, ਉਹ ਉਹਨਾਂ ਦੇ ਭਰੋਸੇ ਤੇ। ਉਹਨੇ ਕਹਿਣਾ ਵੀ ਕਿਸੇ ਦੀ ਅਮਾਨਤ ਹੈ। ਸੇਵਾਦਾਰਾਂ ਨੂੰ ਕਹਿਣਾ ਇਹ ਜੋ ਪੋਥੀ ਸਾਹਿਬ ਹੈ ਸਭ ਤੋਂ ਉੱਚੇ ਅਸਥਾਨ ਤੇ ਰੱਖਣੀ ਹੈ। ਧੂਪ ਦੀਪ ਅਗਰਬੱਤੀ ਤੇ ਚੌਰ ਇਸ ਤੇ ਹੋਣਾ ਚਾਹੀਦਾ, ਕਿਉਂਕਿ ਕਿਸੇ ਦੀ ਅਮਾਨਤ ਹੈ। ਮੇਰੇ ਵੱਡੇ ਵਡੇਰਿਆਂ ਨੇ ਆਖਿਆ, ਗੁਰਮੁਖੋ ਜਦੋਂ ਪਤਾ ਲੱਗਾ ਨਾ ਭਾਈ ਪੈੜਾ ਮੋਖਾ ਜੀ ਉਸ ਅਮਾਨਤ ਨੂੰ ਲੈਣ ਵਾਸਤੇ ਆਏ, ਤੇ ਭਾਈ ਪੈੜੇ ਮੋਖੇ ਦੇ ਪੈਰ ਧੋ ਕੇ ਪੀਤੇ ਮਾਇਆ ਮੇਦਨੀ ਨੇ। ਰਾਜੇ ਸ਼ਿਵਨਾਥ ਦੇ ਪੋਤੇ ਨੇ, ਜਿਹਦੇ ਤੇ ਕਿਰਪਾ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਕੀਤੀ ਸੀ। ਤੇ ਜਦੋਂ ਪਤਾ ਲੱਗਾ, ਫਿਰ ਉਹ ਸੇਵਾ ਕਰਕੇ ਅਮਾਨਤ ਭਾਈ ਪੈੜੇ ਮੋਖੇ ਨੂੰ ਪ੍ਰਾਨ ਸੰਗਲੀ ਰੂਪ ਦੀ ਪੋਤੀ ਨੂੰ ਸਮਰਪਣ ਕਰਕੇ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਬਚਨਾਂ ਨੂੰ ਪੂਰਾ ਕਰਨਾ ਕੀਤਾ। ਇਸ ਤੋਂ ਅੱਗੇ ਕੱਲ ਦੇ ਦੀਵਾਨਾਂ 'ਚ ਸਰਵਣ ਕਰਾਂਗੇ। ਤੇ ਮੈਂ ਬੇਨਤੀ ਪਹਿਲਾਂ ਵੀ ਕਰਦੀ, ਹੁਣ ਵੀ ਕਰਦੀ, ਜਦੋਂ ਛੱਡਦੇ ਸਭ ਕੁਝ ਛੱਡ ਦਓਗੇ, ਫਿਰ ਪਰਮਾਤਮਾ ਨੂੰ ਆਵਾਜ਼ ਮਾਰਨ ਦੀ ਲੋੜ ਨਹੀਂ। ਜਿਨ੍ਹਾਂ ਨੂੰ ਅੱਜ ਤੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੁਰਬਾਣੀ ਦੀ ਸਮਝ ਨਹੀਂ ਨਾ ਲੱਗੀ, ਆਪਣੇ ਆਪ ਨੂੰ ਛੱਡ ਕੇ ਗੁਰਬਾਣੀ ਨੂੰ ਪੜ੍ਹੋ, ਸੁਣੋ ਤੇ ਵਿਚਾਰੋ। ਇੱਕ ਦਿਨ ਐਸਾ ਆ ਜਾਵੇਗਾ, ਗੁਰਬਾਣੀ ਦੇ ਗੁੱਝੇ ਭੇਦਾਂ ਦਾ ਸਾਨੂੰ ਪਤਾ ਲੱਗ ਜਾਏਗਾ। ਗੋਹਜ ਰਤਨ ਵਿੱਚ ਲੁਕ ਰਹੇ, ਕੋਈ ਗੁਰਮੁਖ ਸੇਵਕ ਕੱਢੈ ਖੋਦ। ਆਓ ਹੁਣ ਗੁਰਮੁਖ ਪਿਆਰਿਆਂ ਦੀ ਰਸਨਾ ਤੋਂ, ਜਿਨ੍ਹਾਂ ਬੱਚਿਆਂ ਤੇ ਬਹੁਤ ਅਕਾਲ ਪੁਰਖ ਪਰਮੇਸ਼ਰ ਦੀ ਕਿਰਪਾ, ਕਾਫੀ ਸਮੇਂ ਤੋਂ ਬਾਅਦ ਇਹਨਾਂ ਗੁਰਮੁਖਾਂ ਦੇ ਦਰਸ਼ਨ ਦਿਦਾਰੇ ਹੋਏ। ਇਹ ਬਹੁਤ ਵੱਡੀ ਕਿਰਪਾ ਦੀ ਨਿਸ਼ਾਨੀ ਹੈ। ਹੋਈਆਂ ਗਲਤੀਆਂ ਦੀ ਖਿਮਾ। ਗੁਰਮੁਖ ਪਿਆਰਿਆਂ ਦੀ ਰਸਨਾ ਤੋਂ ਰੱਬੀ ਗੁਰਬਾਣੀ ਦਾ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ।
ਜਿੱਥੇ ਤੱਕ ਅੱਜ ਵਾਰਤਾਲਾਪ ਇਹ ਕਥਾ ਇਤਿਹਾਸ ਆਪ ਜੀਆਂ ਨੇ ਸਰਵਣ ਕੀਤਾ, ਗੁਰੂ ਨੇ ਕੀਤੀ ਕਿਰਪਾ। ਕੱਲ ਇੱਥੋਂ ਹੀ ਅੱਗੇ ਸੁਣ ਤੇ ਸੁਣਾਉਣ ਦੀ ਕੋਸ਼ਿਸ਼ ਕਰਾਂਗੇ। ਰਸਨਾ ਨੂੰ ਕਰੋ ਪਵਿੱਤਰ, ਗੱਜ ਕੇ ਬੁਲਾਓ ਫਤਿਹ ਭਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।